ओके लो जी, तो आप स्टार्ट करते हैं। पुत देखो कल तक ਤੁਹਾਨੂੰ मैंने सारे यूजेस अपने कर ले सीगे, सोलर सेल तक यूजेस कर ले सी। दो यूजेस रह गए सीगे, रेक्टिफायर दे रह गए सीगे। ठीक है, वेट अ मिनट। हाँ, ਤਾਂ ਹੁਣ ਆਪਾਂ ਸਟਾਰਟ ਕਰਾਂਗੇ ਰੈਕਟੀਫਿਕੇਸ਼ਨ ਬੇਟਾ। ਠੀਕ ਹੈ, ਰੈਕਟੀਫਿਕੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਮੈਂ ਤੁਹਾਨੂੰ ਦੱਸਿਆ ਸੀਗਾ। ਉਹ ਕਿਹੜੀ ਹੁੰਦੀ ਹੈ? ਇੱਕ ਹੁੰਦੀ ਹੈ ਹਾਫ ਵੇਵ ਰੈਕਟੀਫਿਕੇਸ਼ਨ ਤੇ ਇੱਕ ਫੁੱਲ ਵੇਵ ਰੈਕਟੀਫਿਕੇਸ਼ਨ। ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪਊਗਾ ਵਾਟ ਇਜ਼ ਰੈਕਟੀਫਿਕੇਸ਼ਨ। ਠੀਕ ਹੈ, ਲਓ ਜੀ ਦੇਖਦੇ ਹਾਂ ਹੁਣ ਆਪਾਂ। ਹੁਣ ਵਾਟ ਇਜ਼ ਰੈਕਟੀਫਿਕੇਸ਼ਨ ਦੀ ਜੇ ਆਪਾਂ ਗੱਲ ਕਰੀਏ, ਇਟ ਇਜ਼ ਦੀ ਪ੍ਰੋਸੈਸ ਆਫ ਕਨਵਰਟਿੰਗ ਐਂਡ ਆਲਟਰਨੇਟਿੰਗ ਕਰੰਟ ਇਨਟੂ ਡਾਇਰੈਕਟ ਕਰੰਟ। ਬੇਸਿਕਲੀ ਆਪਾਂ ਕਰਨਾ ਕੀ ਚਾਹੁੰਦੇ ਆ? ਆਲਟਰਨੇਟਿੰਗ ਕਰੰਟ ਹੈ ਤੇ ਉਹਨੂੰ ਡਾਇਰੈਕਟ ਕਰੰਟ ਦੇ ਵਿੱਚ ਆਪਾਂ ਕਨਵਰਟ ਕਰਨਾ ਚਾਹੁੰਦੇ ਆ। ਦੋਨਾਂ 'ਚ ਫਰਕ ਕੀ ਹੁੰਦਾ ਹੈ, ਪਹਿਲਾਂ ਇਹ ਗੱਲ ਨੂੰ ਸਮਝਾਂਗੇ। ਆਲਟਰਨੇਟਿੰਗ ਕਰੰਟ ਦਾ ਕੀ ਮਤਲਬ ਹੁੰਦਾ ਹੈ? ਬੇਸਿਕਲੀ ਇਹ ਇਸ ਤਰ੍ਹਾਂ ਹੁੰਦਾ ਹੈ, ਪੋਜ਼ਿਟਿਵ ਤੇ ਨੈਗੇਟਿਵ। ਕਹਿਣ ਦਾ ਮਤਲਬ ਹੈ ਕਰੰਟ ਕਦੇ ਆਏ ਜਾਊਗਾ ਤੇ ਫਿਰ ਕਦੇ ਆਏ ਜਾਊਗਾ, ਫਿਰ ਆਏ ਜਾਊਗਾ, ਫਿਰ ਆਏ ਜਾਊਗਾ, ਫਿਰ ਆਏ ਜਾਊਗਾ, ਫਿਰ ਆਏ ਜਾਊਗਾ। ਮਤਲਬ ਇਸ ਆਲਟਰਨੇਟਿੰਗ ਕਰੰਟ ਦੇ ਵਿੱਚ ਇਲੈਕਟ੍ਰੋਨ ਆਪਦੀ ਜਗ੍ਹਾ ਤੇ ਹੀ ਅੱਗੇ ਪਿੱਛੇ ਮੂਵ ਕਰਦਾ ਰਹਿੰਦਾ ਹੈ। ਲੇਕਿਨ ਜੇ ਮੈਂ ਡੀਸੀ ਕਰੰਟ ਦੀ ਗੱਲ ਕਰਾਂ ਤਾਂ ਐਵਰੀ ਇਲੈਕਟ੍ਰੋਨ ਇਜ਼ ਮੂਵਿੰਗ ਇਨ ਵਨ ਸਰਟਨ ਡਾਇਰੈਕਸ਼ਨ। ਇਹ ਐਂ ਚੱਲੀ ਜਾਣਗੇ, ਐਂ ਜਾਣਗੇ। ਠੀਕ ਹੈ ਨਾ। ਤੇ ਜੇ ਮੈंने कहता ਰਾਈਟ ਜਾਣਗੇ ਤਾਂ ਰਾਈਟ ਦੀ ਤਰਫ ਹੀ ਜਾਊਗਾ ਕਰੰਟ। ਤਾਂ ਜਿਵੇਂ ਮੰਨ ਲਓ ਆਹ ਵਾਲੀ ਮੇਰੀ ਵਾਇਰ ਹੋ ਗਈ ਤੇ ਇਹਦੇ ਵਿੱਚ ਜੇ ਮੈਂ ਇੱਕੋ ਹੀ ਡਾਇਰੈਕਸ਼ਨ ਦਿਖਾਵਾਂ ਤਾਂ ਦਿਸ ਇਜ਼ ਡੀਸੀ ਕਰੰਟ। ਤੇ ਜੇ ਜਿਹੜੀ ਮੇਰੇ ਕੋਲ ਇੱਥੇ ਜਿਹੜੀ ਮੇਰੇ ਕੋਲ ਵਾਇਰ ਹੋਏਗੀ ਨਾ, ਮੈਂ ਇੱਥੇ ਕੋਈ ਡਾਇਰੈਕਸ਼ਨ ਨਹੀਂ ਸ਼ੋ ਕਰ ਸਕਦਾ, ਮੈਨੂੰ ਸਿਰਫ ਆਈ ਲਿਖਣਾ ਪਏਗਾ। ਕਿਉਂ? ਕਿਉਂਕਿ ਡਾਇਰੈਕਸ਼ਨ ਕਦੇ ਅੱਗੇ ਹੋ ਜਾਂਦੀ ਹੈ, ਕਦੇ ਪਿੱਛੇ ਹੋ ਜਾਂਦੀ ਹੈ, ਅੱਗੇ ਪਿੱਛੇ ਚੱਲਦੀ ਹੈ। ਤਾਂ ਆਹ ਆਪਣੇ ਕੋਲੇ ਜਿਹੜੇ ਡਾਇਰੈਕਸ਼ਨ ਸ਼ੋ ਕਰਨ ਦਾ ਤਰੀਕਾ ਹੈ, ਆਹ ਹੋ ਗਿਆ ਆਪਣੇ ਕੋਲੇ ਪੋਜ਼ਿਟਿਵ ਡਾਇਰੈਕਸ਼ਨ ਮਤਲਬ ਇੱਕ ਡਾਇਰੈਕਸ਼ਨ, ਤੇ ਆਹ ਹੋ ਗਿਆ ਆਪਣੇ ਕੋਲੇ ਨੈਗੇਟਿਵ ਡਾਇਰੈਕਸ਼ਨ ਮਤਲਬ ਉਲਟੀ ਡਾਇਰੈਕਸ਼ਨ। ਗੱਲ ਕਲੀਅਰ ਬੇਟਾ? ਇਹਨੂੰ ਆਪਾਂ ਕਹਿੰਦੇ ਆ ਆਲਟਰਨੇਟਿੰਗ ਕਰੰਟ। ਹੁਣ ਆਪਾਂ ਚਾਹੁੰਦੇ ਆ, ਦੇਖੋ ਆਲਟਰਨੇਟਿੰਗ ਕਰੰਟ ਦੀ ਇੱਕ ਆਪਦੀ ਹੀ ਯੂਟਿਲਿਟੀ ਹੈ। ਯੂਟਿਲਿਟੀ ਕੀ ਹੈ? ਇਹੀ ਆਪਣੇ ਜਨਰੇਟਰ ਦੇ ਵਿੱਚੋਂ ਆਲਟਰਨੇਟਿੰਗ ਕਰੰਟ ਬਣਾਉਣਾ ਆਪਣੇ ਵਾਸਤੇ ਆਸਾਨ ਹੈ, ਡਾਇਰੈਕਟ ਕਰੰਟ ਨਹੀਂ ਬਣਦਾ। ਤਾਂ ਆਲਟਰਨੇਟਿੰਗ ਕਰੰਟ ਆਪਣੇ ਕੋਲੇ ਬਣ ਜਾਂਦਾ ਹੈ। ਆਲਟਰਨੇਟਿੰਗ ਕਰੰਟ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਸ ਦੇ ਨਾਲ ਸਾਰਾ ਕੁਝ ਉਹਦੇ ਨਾਲ ਚੱਲਦਾ ਹੈ, ਜਿਵੇਂ ਕਿ ਆਪਣਾ ਟਰਾਂਸਫਾਰਮਰ, ਇਹ ਉਹ, ਆਪਾਂ ਸਾਰੀਆਂ ਚੀਜ਼ਾਂ ਆਪਣੀਆਂ ਆਲਟਰਨੇਟਿੰਗ ਕਰੰਟ ਤੇ ਹੈ। ਡੀਸੀ ਕਰੰਟ ਤੇ ਕੁਝ ਵੀ ਨਹੀਂਗਾ। ਲੇਕਿਨ ਬੜੀ ਵਾਰ ਆਪਾਂ ਨੂੰ ਡੀਸੀ ਕਰੰਟ ਬਣਾਉਣਾ ਪੈਂਦਾ। ਕਿਉਂ ਬਣਾਉਣਾ ਪੈਂਦਾ ਇਹ ਵੀ ਸੁਣ ਲਓ। ਦੇਖੋ ਇਹ ਜਿਹੜੀ ਚੀਜ਼ ਹੈ ਆਪਾਂ ਡੀਸੀ 'ਚ ਕਿਉਂ ਕਨਵਰਟ ਕਰਨਾ ਚਾਹੁੰਦੇ ਆ, ਉਹਦਾ ਇੱਕ ਬਿਗ ਰੀਜ਼ਨ ਹੈਗਾ ਆਪਣੇ ਇਨਵਰਟਰਸ ਹੈ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਇਨਵਰਟਰ ਹੁਣ ਆਪਣੇ ਸਾਰਿਆਂ ਦੇ ਘਰੇ ਲੱਗਿਆ ਹੁੰਦਾ ਹੈਗਾ। ਪੁੱਤ ਤੁਹਾਡੇ ਘਰਾਂ ਦੇ ਕਿ ਨਹੀਂ ਹੈਗਾ ਇਨਵਰਟਰ? ਇਨਵਰਟਰ ਤਾਂ ਹੋਣਾ ਘਰੇ, ਹਨਾ। ਹੁਣ ਇਨਵਰਟਰ ਕੀ ਕਰਦਾ ਹੈ? ਇਨਵਰਟਰ ਕੀ ਕਰਦਾ ਹੈ, ਉਹਦੇ ਨਾਲ ਨਾ ਇੱਕ ਬਹੁਤ ਵੱਡੀ ਬੈਟਰੀ ਲੱਗੀ ਹੈ। ਜੇ ਤੁਹਾਡੇ ਘਰੇ ਹੈਗਾ ਇਨਵਰਟਰ ਤਾਂ ਤੁਸੀਂ ਦੇਖ ਕੇ ਆ ਸਕਦੇ ਹੋ। ਐਡੀ ਵੱਡੀ ਤਾਂ ਉਹਦੇ 'ਚ ਲੱਗੀ ਹੁੰਦੀ ਹੈ ਬੈਟਰੀ, ਤੇ ਉਹ ਬੈਟਰੀ ਦੇ ਨਾਲ ਇੱਕ ਛੋਟਾ ਜਿਹਾ ਇੰਸਟਰੂਮੈਂਟ ਹੋਰ ਹੁੰਦਾ। ਜਿਹੜਾ ਇਹ ਛੋਟਾ ਜਿਹਾ ਇੰਸਟਰੂਮੈਂਟ ਹੈ ਉਹ ਆਹ ਵਾਲਾ ਮੈंने ਬਣਾਇਆ ਤੇ ਆਹ ਮੈंने ਬਣਾਈ ਹੋਈ ਹੈ ਬੈਟਰੀ। ਹੁਣ ਆਪਣੇ ਕੋਲ ਇੱਥੇ ਕੰਮ ਕੀ ਹੈ? ਆਪਣੇ ਕੋਲ ਇੱਥੇ ਕੰਮ ਹੈ ਸਟੋਰਿੰਗ ਦੀ ਇਲੈਕਟ੍ਰਿਕ એનર્ਜੀ। ਇਲੈਕਟ੍ਰਿਕ એનર્ਜੀ ਆਪਾਂ ਸਟੋਰ ਕਰਨਾ ਚਾਹੁੰਦੇ ਆ ਤਾਂ ਕਿ ਜਦੋਂ ਤੱਕ ਆਪਣੇ ਘਰੇ ਇਲੈਕਟ੍ਰਿਸਿਟੀ ਆਉਂਦੀ ਹੈ ਉਦੋਂ ਤੱਕ ਤਾਂ ਠੀਕ ਹੈ। ਜਦੋਂ ਇਲੈਕਟ੍ਰਿਸਿਟੀ ਚਲੀ ਜਾਂਦੀ ਹੈ, when there is no electricity at home, ਤਾਂ ਆਪਣੇ ਇਨਵਰਟਰ ਦੇ ਵਿੱਚੋਂ ਦੀ ਆਪਾਂ ਨੂੰ ਕਰੰਟ ਮਿਲ ਸਕੇ। ਬੱਚੋ ਮੇਰੀ ਆਵਾਜ਼ ਸੁਣ ਰਹੀ ਹੈ ਨਾ? ਠੀਕ ਹੈ, ਸਭ ਕੁਝ एवरीथिंग इज ओके, ਸਮਝ ਲੱਗ ਰਿਹਾ ਹੈ? ਚਲੋ ਹੁਣ ਇਹ ਤੋਂ ਬਾਅਦ ਕੀ ਹੁੰਦਾ? ਹੁਣ ਇਹ ਤੋਂ ਬਾਅਦ ਕੀ ਹੁੰਦਾ? ਜਿਹੜੀ ਇਹ ਹੈ, ਹੁਣ ਆਪਾਂ ਚਾਹੁੰਦੇ ਇੱਥੇ ਕਰੰਟ ਆਪਣਾ ਸੇਵ ਹੋ ਜਾਏ, ਬਟ ਕਰੰਟ ਨੂੰ ਸੇਵ ਕਰਨ ਦਾ ਕੋਈ ਵੀ ਤਰੀਕਾ ਆਪਣੇ ਕੋਲੇ ਨਹੀਂ ਹੈ। ਕਰੰਟ ਕਦੇ ਵੀ ਸੇਵ ਨਹੀਂ ਕੀਤਾ ਜਾਂਦਾ। ਤਾਂ ਕਰੰਟ ਨੂੰ ਸੇਵ ਕਰਨ ਵਾਸਤੇ ਆਪਣੇ ਕੋਲੇ, ਚਾਰजेस ਨੂੰ ਸੇਵ ਕਰਨ ਵਾਸਤੇ ਆਪਣੇ ਕੋਲੇ ਸਿਰਫ ਦੋ ਹੀ ਚੀਜ਼ਾਂ ਯੂਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਆਪਣੇ ਕੋਲੇ ਬੈਟਰੀ ਤੇ ਇੱਕ ਹੁੰਦਾ ਆਪਣੇ ਕੋਲ ਕੈਪੈਸਿਟਰ। ਬੈਟਰੀ ਤੇ ਕੈਪੈਸਿਟਰ। ਹੁਣ ਕੈਪੈਸਿਟਰ ਚਲੋ ਐਨੀਵੇਜ਼ ਆਪਾਂ ਆਈ ਨਹੀਂ ਕਹਿੰਦੇ ਕਿ ਇਨਵਰਟਰ 'ਚ ਯੂਜ਼ ਨਹੀਂ ਹੁੰਦਾ, ਬਟ ਆਪਾਂ ਇਨਵਰਟਰ ਜਨਰਲੀ ਬੈਟਰੀ ਯੂਜ਼ ਕਰ ਲਈਦੀ ਹੈ। ਹੁਣ ਆਪਣੇ ਕੋਲ ਇਹ ਬੈਟਰੀ ਆ ਗਈ। ਇਨਵਰਟਰ ਕੀ ਕਰਦਾ? ਇੱਥੋਂ ਦੀ ਜਿਵੇਂ ਪਲੱਗ ਚਲਾਇਆ ਹੁੰਦਾ, ਪਲੱਗ ਤੋਂ ਇਹਦੇ ਵਿੱਚ ਕਰੰਟ ਜਾਂਦਾ ਹੈ ਤਾਂ ਆਲਟਰਨੇਟਿੰਗ ਕਰੰਟ ਜਾਏਗਾ। ਆਲਟਰਨੇਟਿੰਗ ਕਰੰਟ ਇਹਦੇ ਵਿੱਚੋਂ ਦੀ ਐਂਟਰ ਕਰਦੇ ਹੋਏ ਜਦੋਂ ਇਹ ਇੱਥੇ ਪਹੁੰਚੂਗਾ ਨਾ, ਤਾਂ ਇਹਦੇ ਵਿੱਚ ਇੱਕ ਚੀਜ਼ ਲੱਗੀ ਹੋਈ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਰੈਕਟੀਫਾਇਰ। ਰੈਕਟੀਫਾਇਰ ਨੇ ਏਸੀ ਨੂੰ ਡੀਸੀ 'ਚ ਕਨਵਰਟ ਕਰਨਾ ਹੈ ਤੇ ਡੀਸੀ ਨੂੰ ਕਨਵਰਟ ਕਰਕੇ ਬੈਟਰੀ ਦੇ ਵਿੱਚ ਸਟੋਰ ਕਰ ਦੇਣਾ। ਬੈਟਰੀ ਦੇ ਵਿੱਚ ਜੇ ਇਹ ਚੀਜ਼ ਕੋਈ ਸਟੋਰ ਹੋ ਰਹੀ ਹੈ ਤਾਂ ਉਹ ਪੱਕੇ ਤੌਰ ਤੇ ਡੀਸੀ ਹੀ ਹੋਊਗੀ। ਉਹ ਆਲਟਰਨੇਟਿੰਗ ਕਰੰਟ ਹੋ ਨਹੀਂ ਸਕਦਾ। ਆਲਟਰਨੇਟਿੰਗ ਕਰੰਟ ਕੈਨੋਟ ਬੀ ਸੇਵਡ। ਉਹ ਡੀਸੀ ਹੀ ਹੋਏਗਾ ਤਾਂ ਡੀਸੀ ਉਹਦੇ ਵਿੱਚ ਜਾ ਕੇ ਸੇਵ ਹੋ ਜਾਏਗਾ, ਤਾਂ ਇੱਥੇ ਡੀਸੀ ਸੇਵ ਹੋ ਗਿਆ।
DC सेव होया। हुण जदों लाइट चली गई एट दैट टाइम अपनी बैटरी एग्जॉस्ट होना शुरू होगी ते अपने कोले उत्थे लग्या हुंदा एक इक्विपमेंट जिहनूं आपां कहंदे आ इन्वर्टर। हुण इन्वर्टर ने की करना है, तुहाडे DC नूं AC च कन्वर्ट कर देना है। तां DC तो जे तुसीं AC च गए तां ਉਹਨੂੰ ਆਪਾਂ ਕਵਾਂਗੇ ਰੈਕਟੀਫਿਕੇਸ਼ਨ, ਤੇ ਜੇ ਤੁਸੀਂ AC ਤੋਂ DC ਚ ਗਏ ਤਾਂ ਉਹਨੂੰ ਆਪਾਂ ਕਵਾਂਗੇ ਇਨਵਰਟਰ। ਤਾਂ ਆ ਆਪਣੇ ਕੋਲੇ ਪੂਰੀ ਦੀ ਪੂਰੀ ਪਿਕਚਰ ਤੁਹਾਡੇ ਕੋਲੇ ਗੱਲ ਕਲੀਅਰ ਹੋ ਗਈ ਕਿ ਰੈਕਟੀਫਾਇਰ ਹੁੰਦਾ ਕੀ ਹੈ, ਆਪਣੇ ਕੋਲੇ ਕੀ ਪਰਪਸ ਹੈ, ਇਹਦੇ ਪ੍ਰੈਕਟੀਕਲ ਯੂਜ਼ਸ ਕੀ ਹੈ ਤੁਹਾਡੇ ਸਾਹਮਣੇ। ਹੁਣ ਇਹ ਰੈਕਟੀਫਾਇਰ ਬਣਦਾ ਕਿਵੇਂ ਹੈ, ਆਪਾਂ ਹੁਣ ਇਹ ਚੀਜ਼ ਦੇਖਾਂਗੇ। ਚਲੋ ਜੀ बेटा समझ लग गई हम तक। जे कोई प्रॉब्लम है किसी ने तो देख लो, दोबारा पूछ लो, नहीं प्रॉब्लम तो ओके। चलो हुण देखो, हुण अपने कोले इत्थे AC इनपुट हैगा, AC इनपुट आपां दित्ता। हुण इह सर्किट किवें बणिया मैं तुहानूं दसदा। आ सी अपना AC इनपुट, जिवें आपां ने नॉर्मल किसी प्लग च पाया होया, जिवें तुहाडा इन्वर्टर दीयां तारां ने, आ वालियां इन्वर्टर दीयां तारां जिहड़ियां ने ओह आ है। हुण इत्थों दी पा के ना एक आ इंस्ट्रूमेंट बणिया हुंदा बेटा, NNI इंस्ट्रूमेंट। ਹੁਣ ਜਿਹੜਾ ਆ ਇੰਸਟਰੂਮੈਂਟ ਹੈ ਇਹਨੂੰ ਇੱਕ ਸਪੈਸ਼ਲ ਨਾਮ ਦਿੱਤਾ ਜਾਂਦਾ ਹੈ, ਇਹਨੂੰ ਕਿਹਾ ਜਾਂਦਾ ਹੈ ਟਰਾਂਸਫਾਰਮਰ। ਠੀਕ ਹੈ, ਟਰਾਂਸਫਾਰਮਰ ਆਪਣੇ ਜਿਹੜੇ ਲੱਗੇ ਹੁੰਦੇ ਆ ਵੱਡੇ ਵੱਡੇ, ਉਹ ਬੇਸਿਕਲੀ ਆਹੀ ਚੀਜ਼ ਹੁੰਦੇ ਆ। ਬਟ ਜਦੋਂ ਮੈਂ ਕਿਹਾ ਟਰਾਂਸਫਾਰਮਰ, ਤੁਹਾਨੂੰ ਐਡਾ ਵੱਡਾ ਟਰਾਂਸਫਾਰਮਰ ਨਹੀਂ ਇਮੇਜਿਨ ਕਰਨਾ, ਤੁਸੀਂ ਇਮੇਜਿਨ ਕਰਨਾ ਤੁਹਾਡੇ ਮੋਬਾਈਲ ਦਾ ਚਾਰਜਰ। ਤੁਸੀਂ ਸੋਚ ਕੇ ਦੇਖੋ, ਮੋਬਾਈਲ ਦਾ ਚਾਰਜਰ ਬਹੁਤ ਛੋਟੀ ਚੀਜ਼ ਹੈ, ਉਹਦੇ ਵਿੱਚ ਵੀ ਜਿਹੜੀ ਫੰਕਸ਼ਨਿੰਗ ਹੈ ਨਾ ਉਹ ਟਰਾਂਸਫਾਰਮਰ ਵਾਲੀ ਫੰਕਸ਼ਨਿੰਗ ਹੈ। ਇਟ ਇਜ਼ ਅ ਸਟੈਪ ਡਾਊਨ ਟਰਾਂਸਫਾਰਮਰ ਇਨ ਟੈਕਨੀਕਲ ਸੈਂਸ। ਤੇ ਇੱਕ ਹੁੰਦਾ ਆਪਣਾ ਜਿਹੜਾ ਬਿਜਲੀ ਦੇ ਖੰਭਿਆਂ ਦੇ ਕੋਲ ਲੱਗੇ ਹੁੰਦਾ, ਵੱਡੇ ਵੱਡੇ ਟਰਾਂਸਫਾਰਮਰ ਹੁੰਦੇ ਆ, ਉਹ ਜਿਹੜੇ ਟਰਾਂਸਫਾਰਮਰ ਨੇ ਉਹ ਵੀ ਸੇਮ ਚੀਜ਼ ਹੈ, ਲੇਕਿਨ ਉਹ ਵੱਡੇ ਹੈ ਸਾਈਜ਼ 'ਚ। ਤੇ ਆਪਣਾ ਮੋਬਾਈਲ ਚਾਰਜਰ ਵੀ ਇੱਕ ਟਰਾਂਸਫਾਰਮਰ ਹੈ। ਤਾਂ ਇੱਥੇ ਤੁਸੀਂ ਇੱਕ ਮੋਬਾਈਲ ਚਾਰਜਰ ਨੂੰ ਇਮੇਜਿਨ ਕਰ ਸਕਦੇ ਹੋ। ਤਾਂ ਜਿਹੜਾ ਇਹ ਮੋਬਾਈਲ ਚਾਰਜਰ ਦਾ ਟਰਾਂਸਫਾਰਮਰ ਹੈ ਉਹ ਲੱਗਿਆ ਹੋਇਆ। ਹੁਣ ਆਪਾਂ ਨੇ ਕੀ ਕੀਤਾ, ਇਹਦੇ ਵਿੱਚ ਆਪਾਂ ਦੇਖਦੇ ਹਾਂ ਇਨ ਫਰਸਟ ਹਾਫ ਸਾਈਕਲ, ਪਹਿਲੇ ਹਾਫ ਸਾਈਕਲ ਦੇ ਵਿੱਚ ਆਪਣੇ ਕੋਲ ਕੀ ਹੋਊਗਾ। ਇਨ ਫਰਸਟ ਹਾਫ ਸਾਈਕਲ ਜਿਹੜਾ ਆ ਵਾਲਾ ਹੈ, ਹੁਣ ਇੱਥੇ ਆਪਣੇ ਕੋਲੇ ਇੱਕ ਜਗ੍ਹਾ ਤੇ ਪੋਜ਼ਿਟਿਵ, ਇੱਥੇ ਆਪਣੇ ਕੋਲੇ ਹੋ ਗਿਆ ਪੋਜ਼ਿਟਿਵ ਤੇ ਇੱਥੇ ਹੋ ਜਾਊਗਾ ਨੈਗੇਟਿਵ। ਤਾਂ ਇੱਥੇ ਮੈਂ 2 ਪੁਆਇੰਟ ਲਗਾ ਲੈਣਾ ਐਂ ਕਰਕੇ, ਇਹ ਲਗਾਇਆ ਆਪਾਂ ਨੇ A ਤੇ ਇਹ ਲਗਾਇਆ ਆਪਾਂ ਨੇ B, ਉਹਨੇ ਟਰਾਂਸਫਾਰਮਰ ਹੋ ਗਿਆ। ਇੱਥੇ ਆਪਾਂ ਨੇ ਲਗਾਇਆ ਡਾਇਓਡ, ਇਹਨੂੰ ਆਪਾਂ ਕਹਿੰਦੇ ਆ D1, ਡਾਇਓਡ 1। ਹੁਣ ਇੱਥੇ ਆਪਣੇ ਕੋਲੇ ਲੱਗਿਆ ਹੋਇਆ ਬਲਬ। ਆਪਾਂ ਹੁਣੇ ਦੇਖਣਾ ਹੈ ਕਿ ਬਲਬ ਕਦੋਂ ਜਗੂਗਾ ਤੇ ਕਦੋਂ ਬੁਝੂਗਾ। ਠੀਕ ਹੈ, ਹੁਣ ਦੇਖੋ ਜਦੋਂ ਇਹ ਪੋਜ਼ਿਟਿਵ ਹੈ ਤੇ ਇਹ ਨੈਗੇਟਿਵ ਹੈ, ਉਸ ਵੇਲੇ ਆਹ ਵਾਲਾ ਵੀ ਪੋਜ਼ਿਟਿਵ ਹੈ ਤੇ ਆਹ ਨੈਗੇਟਿਵ ਹੈ। ਠੀਕ ਹੈ, ਹੁਣ ਤੁਸੀਂ ਦੇਖੋ ਜੇ ਮੈਂ ਆਹ ਪੋਜ਼ਿਟਿਵ ਰੱਖਾਂ ਤੇ ਆਹ ਨੈਗੇਟਿਵ ਰੱਖਾਂ ਤਾਂ ਕਰੰਟ ਐਕਚੁਅਲ ਚ ਕਿਵੇਂ ਫਲੋ ਕਰੂਗਾ, ਕਰੰਟ ਐਂ ਫਲੋ ਕਰੂਗਾ, ਐਂ ਕਰਕੇ ਕਰੰਟ ਫਲੋ ਕਰੂਗਾ। ਜੇ ਐਂ ਕਰਕੇ ਕਰੰਟ ਫਲੋ ਕਰੂਗਾ ਤਾਂ ਮੇਰੇ ਕੋਲ ਆਹ ਡਾਇਓਡ ਕੀ ਹੋ ਗਿਆ, ਫਾਰਵਰਡ ਬਾਇਸ ਹੋ ਗਿਆ। हाँ भाई बेटा जी, यस नो च जवाब दियो फटाफट। हाँ जी सर। जे आ पॉजिटिव टर्मिनल बन गया ते इधरला नेगेटिव बन गया तो ये फॉरवर्ड बायस हो गया, तो इन्हें करंट नूं लंघण दी इजाजत दे देनी है। करंट ने जाना ते अपना बल्ब जग जाएगा। ठीक है, हुण ਇਹਦਾ मतलब यह होया भी जिन्ना इत्थे करंट अपने कोले इनपुट सीगा उन्ना ही आपां नूं इत्थे आउटपुट मिल गया। आ अपने कोले आ गया आउटपुट विदाउट एनी डाउट, आउटपुट पहुंच गया अपने को। हुण देखदे इदों अगे, हुण आपां इहनूं करदे हां। देखो फर्स्ट हाफ साइकिल पढ़ लो, द डायोड इज फॉरवर्ड बायस्ड सो द रेजिस्टेंस ऑफर्ड बाय द डायोड विल बी लेसर। जे आइडियल आपां लईए आइडियल डायोड तां ओहदा रेजिस्टेंस कितना लवांगे, आइडियल डायोड जो लवांगे तो आंसर 0 ले लांगे आइडियली। सो दी करंट विल फ्लो थ्रू इट, तो करंट अपने को बड़े प्यार नाल इहदे आर पार निकल जाएगा ते करंट ऐ करके फ्लो करूगा ते अपना बल्ब जगन लग जाऊगा। देयर इज नो प्रॉब्लम, करंट पास हो गया। दूसरी चीज नैक्सट हाफ, जिहड़ा नैक्सट हाफ है ਉਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਕੀ ਹੋ ਰਿਹਾ। ਨੈਕਸਟ ਹਾਫ ਦੇ ਵਿੱਚ ਕਿਵੇਂ ਗੇਮ ਬਣੂਗੀ। ਨੈਕਸਟ ਹਾਫ ਦੇ ਵਿੱਚ ਆਹ ਵਾਲਾ ਹਾਫ ਹੈ, ਹੁਣ ਆਪਣੇ ਕੋਲ ਇੱਥੇ ਮਾਈਨਸ ਤੇ ਇੱਥੇ ਪਲੱਸ ਆ ਗਿਆ, ਜਿਹਦੇ ਕਰਕੇ ਇੱਥੇ ਮਾਈਨਸ ਤੇ ਇੱਥੇ ਪਲੱਸ ਆ ਗਿਆ। ਹਜੇ ਵੀ ਆਪਾਂ ਇਹ ਵਾਲੇ ਪੁਆਇੰਟ ਨੂੰ ਕਿਹਾ A ਤੇ ਇਹ ਵਾਲੇ ਪੁਆਇੰਟ ਨੂੰ ਆਪਾਂ ਨੇ ਲਿਖਤਾ B। ਹੁਣ ਦੇਖੋ ਕਿਹੜਾ ਪੋਜ਼ਿਟਿਵ ਤੇ ਕਿਹੜਾ ਨੈਗੇਟਿਵ। ਹੁਣ ਆਹ ਪੋਜ਼ਿਟਿਵ ਆਹ ਨੈਗੇਟਿਵ, ਤਾਂ ਹੁਣ ਕਰੰਟ ਕਿਵੇਂ ਜਾਊਗਾ, ਪੋਜ਼ਿਟਿਵ ਟੂ ਨੈਗੇਟਿਵ ਜਾਣਾ ਚਾਹੀਦਾ, ਕਰੰਟ ਆਏ ਜਾਣਾ ਚਾਹੀਦਾ। पॉजिटिव टू नेगेटिव जे करंट जाऊगा तो आए, तो ये डायोड दे हो गया अगेंस्ट। जे डायोड दे अगेंस्ट है
ਤਾਂ ਇਹ ਵਾਲੀ ਜਿਹੜੀ ਆਪਣੇ ਕੋਲੇ ਸਰਕਟ ਹੈ ਉਹ ਕੀ ਚੀਜ਼ ਬਣ ਗਿਆ, ਰਿਵਰਸ ਬਾਇਸ ਹੋ ਗਿਆ। ਜਦੋਂ ਇਹ ਰਿਵਰਸ ਬਾਇਸ ਹੋ ਗਿਆ ਤਾਂ ਰਿਵਰਸ ਬਾਇਸ ਹੋਣ ਦੇ ਕਰਕੇ ਆਈਡੀਅਲ ਜਿਹੜਾ ਡਾਇਓਡ ਹੁੰਦਾ ਨਾ, ਆਈਡੀਅਲ ਉਹਦਾ ਰੈਜ਼ਿਸਟੈਂਸ ਹੁੰਦਾ ਹੈ ਇਨਫਿਨਿਟੀ। मतलब इन्हें इनफाइनाइट रेजिस्टेंस वांगू दीवार बन के खड़े हो जाना ते इन्हें करंट नूं लंघण नहीं देना। जो ये करंट ने पास नहीं होया तो अपना बल्ब जग नहीं पाया, बुझ गया। तो इत्थे अपने कोले आउटपुट देखो तुसी, इनपुट तो हैगा लेकिन आउटपुट की कर्व अपने कोले नहीं बन रही, मतलब करंट हुण फ्लो नहीं कर रहा, हुण जीरो हो गया करंट। इत्थे आए फिर जीरो, फिर आए, फिर जीरो, फिर आए, इस तरह अपने कोले सारा सिस्टम आए करके बनूगा। हाँ भाई दसो पुत्र, गल क्लियर होगी? ठीक है, ठीक है ना। हुण इत्थे हुण इहदे च आ गया द डायोड इज रिवर्स बायस्ड। की लिखिया द डायोड इज नाउ रिवर्स बायस्ड सो नो करंट विल पास थ्रू इट। आइडियल डायोड दी की कंडीशन है? आइडियल डायोड दी कंडीशन है कि जे फॉरवर्ड बायस है तो रेजिस्टेंस जीरो है, तो जे रिवर्स बायस है तो रेजिस्टेंस आप इनफिनिटी लेना है। इनफिनिटी का मतलब है कोई कुछ मर्जी कर लो, जिन्नी मर्जी बैटरी ला दो, करंट पास नहीं होएगा। तो जेडे अपने कोले रेजिस्टेंस इक्वल टू जीरो है, उसका मतलब की है जो कुछ मर्जी कर लो, करंट जिन्ना मर्जी घट होवे लेकिन पास हो जू। तो फॉरवर्ड बायस दे विच बड़े प्यार नाल करंट पास हो जाऊगा, रिवर्स बायस होना नहीं। अपने कोले आ बन गया। हुण इहनूं आपां कहंदे आ हाफ वेव रेक्टिफायर, मतलब अद्धी वेव ही रेक्टिफाई होई। रेक्टिफाई मतलब ठीक होई, अद्धी वेव ही ठीक हो सकी लेकिन बाकी दी जिहड़ी अपनी वेव वो ठीक नहीं हुई तो अपने कोलों वेस्ट हो गई। हुण इहदा नुकसान की है? नुकसान ये है कि बिजली का बिल तो तुहाडा आया पूरा, जो मीटर से बिल देखना आओगे तो बिजली का बिल तो आया पूरा, लेकिन तुहाडे इलैक्ट्रिसिटी कम कितनी आई? अद्धी। एक्चुअल च अद्धी, मतलब तुहाडा बिजली का बिल 50% घट होना चाहिए सी, लेकिन तुहाडा बिजली का बिल तो आया पूरा तो तुहाडे बिजली कम आई अद्धी। हुण इहदे करके आपां की करांगे, आपां हाफ वेव रेक्टिफायर की जगह नाउ वी वांट टू क्रिएट फुल वेव रेक्टिफायर। भी आपां फुल वेव किवें रेक्टिफाई करिए, तो आ सी अपने कोले पूरे दा पूरा सिस्टम। ठीक है, फुल वेव रेक्टिफायर। हुण देखो फुल वेव रेक्टिफायर दे विच सिस्टम थोड़ा जिहा सर्किट थोड़ा जिहा डिफरेंट है। अपने कोले एसी इनपुट हैगा, नो प्रॉब्लम, ट्रांसफार्मर हैगा, इत्थों तक आपां नूं कोई प्रॉब्लम नहीं है। लेकिन इहदे विच अपने कोले इहनूं आपां लिखिया D1 ते इहनूं आपां ने लिखना है D2। ते इत्थे एक पॉइंट बना लो जिहदा नाम रखांगे A ते जिहदा इत्थे पॉइंट है उहनूं नाम रखांगे आपां B। हुण देखो भी अपने कोले की हुंदा, हुण बल्ब कित्थे लग्या होया? बल्ब हुण इत्थे लग्या होया। आपां बल्ब बनाउण दी बजाए इस बार मैं लोड रेजिस्टेंस लगाता। लोड रेजिस्टेंस मतलब जिवें तुसीं कॉपी उत्थे बना के आओगे, उत्थे बल्ब बनाउण दी लोड़ नहीं, तुसीं उत्थे लोड रेजिस्टेंस लिख के काम सार सकदे हो। लोड रेजिस्टेंस लाता। हुण आपां ने की कीता, इहदे विचों दी एक वायर इत्थे कनैक्ट करती है इहदे सेंटर ते। हुण इह सेंटर ते वायर मूव भी कर सकदी, आपां इहनूं फिट भी कीता जा सकदा, एक जगह ते रोकती आपां ने इत्थे सेंटर ते सैट करता। हुण देखो, हुण जदों अपने कोले फर्स्ट हाफ साइकिल आया उदों की होया? हुण फर्स्ट हाफ साइकिल च आ पॉजिटिव ते आ नेगेटिव, तां इत्थों ते बन गया आ वाला पॉजिटिव ते आ वाला नेगेटिव। हुण देखो आ जे पॉजिटिव है आ नेगेटिव है, तां इहदे विच किते ना किते इदों घट ही होएगी वोल्टेज। इत्थे वोल्टेज सब तो वध होगी, इत्थे वोल्टेज सब तो घट होगी, तो इहदे विच कितनी होगी? इहदे विच वोल्टेज कितनी होगी? मीडियम जी होगी। तो जदों मैं ए नूं ते इहनूं मान लो तुसीं इन्हां दो पॉइंट्स नूं आपां नाम दे दिंदे आ, इहनूं नाम दिंदे आ एक्स ते इहनूं नाम दिंदे आ वाई। हुण तुसीं मान के देखो ए पॉइंट नूं ते जे मैं वाई पॉइंट नूं मैं जे कंपेयर करा तो ए पॉइंट इज एट हायर पोटेंशियल एंड वाई इज एट लोअर पोटेंशियल। ਇਹਦਾ मतलब ये है कि अपने फर्स्ट हाफ ਦੇ ਵਿੱਚੋਂ ਦੀ बड़े प्यार ਨਾਲ करंट पास होएगा, डायोड इत्थों ਦੀ जाऊगा, दिस इज फॉरवर्ड बायस एंड देयर इज नो प्रॉब्लम, करंट ਇਹਦੇ ਵਿੱਚੋਂ ਦੀ ਪਾਸ ਹੋਊਗਾ, आरएल ਚੋਂ ਪਾਸ ਹੁੰਦੇ ਹੋਏ ਜਾਊਗਾ, ਤਾਂ ਆਪਣੇ ਲੋਡ ਰੈਜ਼ਿਸਟੈਂਸ ਦੇ ਵਿੱਚੋਂ ਦੀ ਕਰੰਟ ਪਾਸ ਹੋ ਗਿਆ। ਆਪਾਂ ਨੂੰ ਕੁਝ ਹੋਰ ਨਹੀਂ ਚਾਹੀਦਾ, ਆਪਣਾ ਬਲਬ ਜਗ ਗਿਆ। ਤਾਂ ਆਪਣਾ ਹਾਫ ਵੇਵ ਤਾਂ ਬਣ ਗਈ, ਜਿਹੜੀ ਆ ਚੀਜ਼ ਸੀਗੀ ਆ ਤਾਂ ਬਣ ਗਈ ਇੱਥੋਂ ਤੱਕ, ਇੰਨੀ ਤਾਂ ਬਣ ਗਈ। ਰਹਿ ਗਈ ਆਪਣੀ ਅਗਲੀ ਹਾਫ। ਹੁਣ ਅਗਲੀ ਹਾਫ ਦੇਖੋ। ਹੁਣ ਅਗਲੀ ਹਾਫ ਵੇਲੇ ਆਪਾਂ ਆਹ ਵਾਲਾ ਡਾਇਗਰਾਮ ਰੈਫਰ ਕਰਾਂਗੇ। ਹੁਣ ਦੇਖੋ ਜਦੋਂ A ਮਾਈਨਸ ਤੇ A ਵਾਲਾ ਪਲੱਸ ਕਰਤਾ, ਆਹ ਵਾਲਾ ਪਲੱਸ ਹੋ ਗਿਆ, ਆਹ ਮਾਈਨਸ ਹੋ ਗਿਆ। ਹੁਣ ਤੁਸੀਂ ਦੇਖੋ ਕਿ ਆਹ ਵਾਲਾ ਹੋ ਗਿਆ ਪਲੱਸ, B ਪੁਆਇੰਟ ਪਲੱਸ ਹੈ, ਆਹ A ਪੁਆਇੰਟ ਹੈ, ਇਹ ਵਾਲੇ ਪੁਆਇੰਟ ਨੂੰ ਕਹਿ ਦਾਂਗੇ X, ਇਹਨੂੰ ਕਵਾਂਗੇ Y। ਹੁਣ ਤੁਸੀਂ ਦੇਖੋ Y ਪੁਆਇੰਟ ਤਾਂ ਮੀਡੀਅਮ 'ਚ ਪੈ ਗਿਆ, ਇਹ ਹਾਇਰ ਹੋ ਗਿਆ। ਇਹਦਾ ਮਤਲਬ ਹੁਣ ਆਪਣੇ ਕੋਲੇ ਕਰੰਟ B ਤੋਂ Y ਜਾਣਾ ਚਾਹੀਦਾ ਹੈ। ਤੇ ਜੇ ਇਹਨੂੰ ਮੈਂ ਦੇਖਾਂ ਤਾਂ ਆਪਣੇ D2 ਦੇ ਵਾਸਤੇ ਇਹ ਫਾਰਵਰਡ ਬਾਇਸ। ਹੁਣ D2 ਫਾਰवर्ड बायस है तो D1 अपना
रिवर्स बायस, इत्थे D1 फॉरवर्ड बायस, इत्थे आ रिवर्स बायस, उल्टा हो गया। तो हुण अपने कोले करंट नीचे वाले सर्किट दे विचों दी पास होऊगा, सर्किट 2 चों ਇਹਦੇ ਵਿੱਚੋਂ ਪਾਸ ਆਏ ਜਾ ਕੇ ਇੱਥੋਂ ਦੀ ਜਾਂਦਾ ਹੋਇਆ ਜਾਏਗਾ ਤੇ ਆਪਣੇ ਕੋਲੇ ਇਹ ਹੁਣ ਵੀ ਇਹਦੇ ਵਿੱਚੋਂ ਦੀ ਕਰੰਟ ਪਾਸ ਹੋ ਗਿਆ, ਮਤਲਬ ਆਪਣੇ ਬੱਲਬ ਦੇ ਵਿੱਚੋਂ ਹੁਣ ਵੀ ਕਰੰਟ ਪਾਸ ਹੋ ਰਿਹਾ। ਲੇਕਿਨ ਜੇ ਆਪਾਂ ਦੇਖੀਏ ਦੋਨੋਂ ਕਰੰਟਾਂ ਦੀ ਡਾਇਰੈਕਸ਼ਨ, ਤਾਂ ਦੋਨੋਂ ਕਰੰਟਾਂ ਦੀ ਡਾਇਰੈਕਸ਼ਨ ਆਪਣੀ ਲੈਫਟ ਹੈਂਡ ਸਾਈਡ ਤੇ ਆਊਗੀ, देयर इज नो प्रॉब्लम। ਲੈਫਟ ਹੈਂਡ ਸਾਈਡ ਤੇ ਆਪਣੇ ਕੋਲੇ ਦੋਨੋਂ ਦੀ ਦੋਨੋਂ ਕਰੰਟ ਇੱਧਰ ਜਾ ਰਿਹਾ, ਇਹਦਾ ਮਤਲਬ देयर इज नो प्रॉब्लम, ठीक है। एंड इट इज अ डीसी करंट नाउ, तो अपने कोले ये बन गया आ डीसी करंट की विशेषता यह है पुत कि मैगनीट्यूड वैरी हो सकता है लेकिन उसकी डायरैक्शन ना वैरी हो, डायरैक्शन उसकी इक्को ही आ जाए। हुण तुसीं देखो इत्थे मैगनीट्यूड तो वैरी हो रहा है लेकिन डायरैक्शन इत्थे हमेशा इक्को ही डायरैक्शन है। लेट अस से डायरैक्शन इज पॉजिटिव या यू कैन से दैट इट इज मूविंग इन द लेफ्ट डायरैक्शन। तो आपां जे इहनूं लोड रजिस्टेंस नूं आपां इहनूं देखीए तो ऑब्वियसली अपने कोले जिहड़ा करंट है हमेशा इस डायरैक्शन च है। तो हुण की बन गया अपने कोले सारी डायरैक्शनस पॉजिटिव हो गई। तो नाउ वी कैन से दैट लोड रजिस्टेंस दे विचों दी डायरैक्ट करंट पास हो रहा है, मतलब इलैक्ट्रॉन आए मूव कर रहे हैं तो आई मूव कर रहे हैं, कदे तेज हो जाते हैं कदे स्लो हो जाते हैं, लेकिन मूव तो ही कर रहे हैं ना, वो कदे भी पिछे नहीं मूव करते, कदे तेज मूव करनगे ते कदे हौली मूव करनगे, लेकिन वो कदे भी आए नहीं मूव करते ते ना वो रुकन। तो अपने कोले ये चीज़ बन गई डीसी। तो सैकेंड हाफ साइकिल दे विच अपने कोले की आ गया, the current will flow through the RL because of the circuit 2। सर्किट 2 ਦੇ ਕਰਕੇ ਆਪਣੇ ਕੋਲੇ ਇਥੋਂ ਦੀ ਕਰੰਟ ਪਾਸ ਹੋ ਰਿਹਾ ਹੈ, ਤਾਂ ਜਿਹਦੇ ਕਰਕੇ ਆਪਣੇ ਕੋਲ ਹੁਣ ਵੀ ਡੀਸੀ ਹੈ। ਹਾਂ ਵੀ ਬੇਟਾ ਜੀ ਗੱਲ ਕਲੀਅਰ ਹੋ ਗਈ। ਦੇਖੋ ਧਿਆਨ ਨਾਲ, ਅੱਜ ਦਾ ਆਪਣਾ ਕੰਮ ਸਿਰਫ ਦੋ ਚੀਜ਼ਾਂ ਹੀ ਸੀਗੀਆਂ, ਹਾਫ ਵੇਵ ਰੈਕਟੀਫਾਇਰ ਤੇ ਫੁੱਲ ਵੇਵ ਰੈਕਟੀਫਾਇਰ। ਆਪਾਂ ਇਸੇ ਤੇ ਟਾਈਮ ਪਾਸ ਕਰਨਾ ਅੱਜ, ਇਸ ਨੂੰ ਥੋੜਾ ਹੋਰ ਚੰਗੀ ਤਰ੍ਹਾਂ ਤੁਸੀਂ ਸਮਝੋ। ਕੋਈ ਵੀ ਪ੍ਰੋਬਲਮ ਆਵੇ ਮੈਨੂੰ ਪੁੱਛੋ। ਹਾਫ ਵੇਵ ਰੈਕਟੀਫਾਇਰ ਤੇ ਫੁੱਲ ਵੇਵ ਰੈਕਟੀਫਾਇਰ ਤੁਹਾਡੇ ਐਗਜ਼ਾਮ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਚੈਪਟਰ ਚੋਂ। ਇਹ ਜਿਹੜੇ ਦੋ ਟੌਪਿਕ ਹੈ ਇਹਨਾਂ ਦੇ ਵਿੱਚੋਂ ਜਾਂ ਤਾਂ 3 ਨੰਬਰ ਦਾ ਕੁਐਸਚਨ ਆਊਗਾ ਤੇ ਜਾਂ 5 ਨੰਬਰ ਦਾ ਆਊਗਾ, ਤੇ ਆਊਗਾ ਹੀ ਆਊਗਾ। 80% ਚਾਂਸਸ ਹੈ ਇਹਦੇ, 80% ਚਾਂਸ ਮੇਰੇ ਹਿਸਾਬ ਨਾਲ। ਇਸ ਕਰਕੇ ਇਹਨੂੰ ਧਿਆਨ ਨਾਲ ਦੇਖ ਲਓ। ਹਾਂ ਬੇਟਾ ਦੇਖ ਲਓ ਜੀ, ਜਰਾ ਕੋਈ ਡਾਊਟ ਹੈ ਤਾਂ ਪੁੱਛ ਲਓ। ठीक है, ये अपना इनपुट वेव अपने कोले आ सीगी ते आउटपुट वेव अपने कोले आ चीज बनू। ਜਦੋਂ ਤੁਸੀਂ ਉੱਥੇ ਲਿਖਣਾ ਹੋਵੇ ਤਾਂ ਲਿਖੋਗੇ ਕਿਵੇਂ, ਠੀਕ ਹੈ। ਤਾਂ ਉੱਥੇ ਤੁਸੀਂ ਇਹੀ ਲਿਖਣਾ ਹੈ ਕਿ ਇਨ ਫਰਸਟ ਹਾਫ ਸਾਈਕਲ A becomes positive and B becomes negative, hence diode D1 is forward bias। ਇਸ ਤੋਂ ਵੱਧ ਨਹੀਂ ਲਿਖਣਾ ਆਪਾਂ ਕਿ ਆ ਜੀ ਮਿਡ ਪੁਆਇੰਟ ਤੇ ਪੈ ਗਿਆ, ਇੱਥੇ ਵੋਲਟੇਜ ਘਟ ਗਈ, ਆਪਾਂ ਨੂੰ ਇਹਨਾਂ ਕੁਝ ਲਿਖਣ ਦੀ ਲੋੜ ਨਹੀਂ। A point is positive, B point is negative, and so D1 is forward bias and so D2 is reverse bias। So the current will pass through D1, current will pass from A to X and then to Y, so our load resistance will have the current। In reverse cycle B will be positive and A will be negative, hence diode 2 will be forward biased and diode 1 will be reverse biased, so the current will pass from B to X to Y। अपना करंट आए करके पास होएगा and our load resistance is again having the current in the same direction। आ चीज तुसी उत्थे लिखनी है ते फिर तुसी आ डायग्राम बना देना है, इत्थे लिख दियो आउटपुट वेव फॉर्म या इनपुट। so this is your full wave rectifier। हाँ भी बच्चों देख लो, ਇਹਦਾ ਜੇ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ। ਓਕੇ ਚਲੋ, ਤੇ ਆ ਸੀਗਾ ਆਪਣੇ ਕੋਲੇ ਹਾਫ ਵੇਵ ਰੈਕਟੀਫਾਇਰ। ਬੇਟਾ ਇਹਨੂੰ ਦੇਖ ਲਓ ਇੱਕ ਵਾਰ ਦੁਬਾਰਾ। हाँ भी बच्चों देखी जाने हो ना।